ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਅਸੀਂ ਕੁਝ ਮੇਲੇ ਅਤੇ ਤਿਉਹਾਰਾਂ ਬਾਰੇ ਗੱਲ ਕਰਾਂਗੇ। ਹਾਂ, ਜਦੋਂ ਮੇਲੇ ਦੀ ਗੱਲ ਹੁੰਦੀ ਹੈ ਨਾ ਤਾਂ ਵਿਸਾਖੀ ਦਾ ਧਿਆਨ ਇੱਕਦਮ ਹੀ ਮਨ ਵਿੱਚ ਆਉਂਦਾ ਹੈ। ਭਾਰਤ ਤਾਂ ਮੇਲੇ ਦੇ ਤਿਉਹਾਰਾਂ ਦਾ ਦੇਸ਼ ਹੈ ਹੀ ਹੈ, ਪਰ ਪੰਜਾਬ ਦੇ ਵਿੱਚ ਵਿਸਾਖੀ ਸਭ ਤੋਂ ਵਿਸ਼ੇਸ਼ ਮੇਲਾ ਹੈ। ਵਿਸਾਖੀ ਦਾ ਮੇਲਾ ਬੜਾ ਮਹੱਤਵਪੂਰਨ ਹੈ ਪੰਜਾਬੀਆਂ ਲਈ। ਕਿਉਂ? ਇਹ ਤਾਂ ਬੱਚੇ ਅਸੀਂ ਜਾਣਦੇ ਹਾਂ ਕਿ ਪੰਜਾਬੀ ਸੁਭਾਅ ਵਜੋਂ ਕਿੰਨਾ ਰੰਗੀਲਾ ਹੁੰਦਾ ਹੈ। ਨਵੀਆਂ ਮੁਸੀਬਤਾਂ ਨਾਲ ਜੂਝਦਾ ਹੋਇਆ ਜਦੋਂ ਵੀ ਵਿਹਲਾ ਸਮਾਂ ਹੁੰਦਾ ਹੈ ਨਾ ਤਾਂ ਹੱਸ ਖੇਡ ਨੱਚ ਗਾ ਕੇ ਬਤੀਤ ਕਰਦਾ ਹੈ। ਉਸ ਲਈ ਤਾਂ ਹਰ ਦਿਨ ਮੇਲਾ ਹੀ ਹੁੰਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਦੁਨੀਆ ਵਿੱਚ ਤਾਂ ਇਹ ਲੋਕ ਮੇਲਾ ਮਨਾਉਣ ਨਹੀਂ ਆਏ ਹਨ। ਜਿੱਥੇ ਚਾਰ ਪੰਜਾਬੀ ਜੁੜ ਜਾਣ ਨਾ ਉੱਥੇ ਤੁਰਦਾ ਫਿਰਦਾ ਮੇਲਾ ਬਣ ਜਾਂਦਾ ਹੈ। ਇਹਨਾਂ ਦਾ ਸੁਭਾਅ ਹੀ ਮੇਲਿਆਂ ਵਾਂਗ ਬੜਾ ਹੀ ਰੰਗੀਲਾ ਹੁੰਦਾ ਹੈ ਅਤੇ ਮੇਲਾ ਤਾਂ ਬਸ ਦੁਲਹਨ ਵਾਂਗ ਸਜਦਾ ਹੈ ਤਾਂ ਇਹਨਾਂ ਦੀ ਤੋਰ ਵੇਖਣ ਵਾਲੀ ਹੁੰਦੀ ਹੈ। ਬਸ ਬਰਾਤੇ ਚੜ੍ਹਨ ਵੇਲੇ ਜਾਂ ਮੇਲੇ ਜਾਣ ਵੇਲੇ ਇਹ ਤਾਂ ਵੱਖ ਹੀ ਨਜ਼ਰ ਆਉਂਦੇ ਹਨ। ਸੋ ਬੱਚਿਓ, 9th ਕਲਾਸ ਦੇ ਵਿੱਚ ਜੋ ਹੁਣ ਨਵੀਂ ਕਿਤਾਬ ਲੱਗੀ ਹੈ ਜਿਸ ਦਾ ਨਾਂ ਹੈ ਸਾਹਿਤਮਾਲਾ, ਉਸ ਵਿੱਚ ਪਾਠ 2 ਕਵਿਤਾ ਹੈ ਵਿਸਾਖੀ ਦਾ ਮੇਲਾ, ਜੋ ਧਨੀ ਰਾਮ ਚਾਤ੍ਰਿਕ ਜੀ ਦੁਆਰਾ ਲਿਖੀ ਹੋਈ ਹੈ। ਧਨੀ ਰਾਮ ਚਾਤ੍ਰਿਕ, ਉਹਨਾਂ ਬਾਰੇ ਥੋੜ੍ਹਾ ਜਿਹਾ ਜਾਣਦੇ ਹਾਂ ਕਿ ਉਹ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਸਨ। ਪੰਜਾਬੀ ਨਾਲ ਉਹਨਾਂ ਨੂੰ ਅਥਾਹ ਪਿਆਰ ਸੀ। ਸਾਰੀਆਂ ਰਚਨਾਵਾਂ ਵਿੱਚ ਉਹਨਾਂ ਨੇ ਪੰਜਾਬੀ ਸੱਭਿਆਚਾਰ ਵਧੇਰੇ ਭਰਿਆ ਹੈ। ਇਹ ਵਿਸਾਖੀ ਦਾ ਮੇਲਾ ਵੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਵਿਸਾਖੀ ਦੇ ਮੇਲੇ ਦੇ ਦ੍ਰਿਸ਼ ਨੂੰ ਬਿਆਨ ਕੀਤਾ ਹੈ। ਸੋ ਬੱਚਿਓ, ਪਹਿਲੇ ਵਿਸਾਖੀ ਬਾਰੇ ਜਾਣੀਏ ਅਸੀਂ ਕਿ ਵਿਸਾਖੀ ਦਾ ਸੰਬੰਧ ਸਾਡੇ ਕਿਸਾਨਾਂ ਦੇ ਜਜ਼ਬਾਤਾਂ ਨਾਲ ਜੁੜਿਆ ਹੋਇਆ ਹੈ। ਮੂਲ ਰੂਪ ਵਿੱਚ ਨਾ ਇਹ ਮੇਲਾ ਹਾੜੀ ਦੀ ਫਸਲ ਪੱਕਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਪੱਕੀਆਂ ਫਸਲਾਂ ਕਿਸਾਨ ਨੂੰ ਬੜਾ ਮਾਨਸਿਕ ਹੁਲਾਰਾ ਜੀਆਂ ਦਿੰਦੀਆਂ ਹਨ ਅਤੇ ਜੱਟੀ ਤੋਂ ਆਪਣੇ ਚਾਅ ਹੀ ਨਹੀਂ ਸੰਭਾਲੇ ਜਾਂਦੇ, ਉਤਸ਼ਾਹ ਹੀ ਨਹੀਂ ਸਾਂਭੇ ਜਾਂਦੇ। ਉਹ ਆਪ ਮੁਹਾਰੀ ਹੀ ਕਹਿ ਉੱਠਦੀਆਂ, ਜੱਟਾ ਆਈ ਵਿਸਾਖੀ ਮੁੱਕ ਗਈ ਕਣਕ ਦੀ ਰਾਖੀ। ਇਹ ਵਿਸਾਖੀ ਤਾਂ ਕਿਸਾਨਾਂ ਦਾ ਮੇਲਾ ਹੈ। ਇਸ ਦਿਨ ਕਿਸਾਨ ਖੁਸ਼ੀਆਂ ਮਨਾਉਂਦੇ ਹਨ, ਭੰਗੜੇ ਪਾਉਂਦੇ ਹਨ, ਮੇਲੇ ਜਾਂਦੇ ਹਨ। ਸੋ ਧਨੀ ਰਾਮ ਚਾਤ੍ਰਿਕ ਦੀ ਇਹ ਕਵਿਤਾ ਪੜ੍ਹਦੇ ਹਾਂ, ਉਸ ਤੋਂ ਸਾਨੂੰ ਸਭ ਦ੍ਰਿਸ਼ ਬਿਆਨ ਹੋ ਜਾਂਦਾ ਹੈ। ਕਵਿਤਾ ਹੈ ਵਿਸਾਖੀ ਦਾ ਮੇਲਾ। ਆਓ ਪੜ੍ਹਦੇ ਹਾਂ। ਪੱਕ ਪਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ। ਪੁੰਗਰੀਆਂ ਵਲਾਂ ਵੇਲਾਂ ਰੁੱਖੀ ਝੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਸਾਈਂ ਦੀ ਨਿਗਾਹ ਜਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਸੋ ਕਿੰਨੇ ਸੋਹਣੇ ਸ਼ਬਦਾਂ ਵਿੱਚ ਧਨੀ ਰਾਮ ਚਾਤ੍ਰਿਕ ਨੇ ਵਿਸਾਖੀ ਦੇ ਮੇਲੇ ਨੂੰ ਬਿਆਨ ਕੀਤਾ ਹੈ। ਵਿਸਾਖੀ ਦੀ ਮੇਲੇ ਦੀਆਂ ਰੌਣਕਾਂ ਦਾ ਵਰਣਨ ਕੀਤਾ ਹੈ। ਇਹ ਮੇਲਾ ਫਸਲਾਂ ਦੇ ਪੱਕ ਜਾਣ ਅਤੇ ਭਵਿੱਖ ਵਿੱਚ ਆਉਣ ਵਾਲੀਆਂ ਖੁਸ਼ੀਆਂ ਦਾ ਸੁਨੇਹਾ ਲੈ ਕੇ ਆਉਂਦਾ ਹੈ। ਇਸ ਵਿੱਚ ਵੇਲਾਂ, ਬੂਟਿਆਂ ਅਤੇ ਰੁੱਖਾਂ ਉੱਤੇ ਆਈ ਜੋਬਨ ਨੂੰ ਵੀ ਰੂਪਮਾਨ ਕੀਤਾ ਗਿਆ ਹੈ। ਸੋ ਕਵੀ ਆਪਣੇ ਪ੍ਰੇਮੀਆਂ ਨੂੰ ਕਹਿੰਦਾ ਹੈ ਕਿ ਆਓ ਆਪਾਂ ਵੀ ਵਿਸਾਖੀ ਦੇ ਮੇਲੇ ਦਾ ਆਨੰਦ ਲੈਣ ਚੱਲੀਏ। ਕਵੀ ਕਹਿੰਦਾ ਹੈ ਕਿ ਪੱਕ ਪਈਆਂ ਕਣਕਾਂ ਲੁਕਾਠ ਰਸਿਆ। ਕਹਿੰਦੇ ਕਿ ਕਣਕਾਂ ਦੇਖੋ ਪੱਕ ਕੇ ਤਿਆਰ ਹੋ ਗਈਆਂ ਹਨ। ਲੁਗਾਠ ਹੁੰਦੇ ਹਨ, ਪੀਲੇ ਜਿਹੇ ਛੋਟੇ ਜਿਹੇ ਫਲ ਹੁੰਦੇ ਹਨ, ਬੜੇ ਮਿੱਠੇ ਹੁੰਦੇ ਹਨ। ਲੁਗਾਠਾਂ ਵਿੱਚ ਵੀ ਰਸ ਪੈ ਗਿਆ ਹੈ ਅਤੇ ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਹੁਣ ਅੰਬਾਂ ਦੇ ਬੂਟਿਆਂ ਨੂੰ ਬੂਰ ਲੱਗ ਗਿਆ ਹੈ। ਗੁਲਾਬ ਦੇ ਦੇਖੋ ਫੁੱਲ ਜਿਵੇਂ ਖਿੜ ਗਏ ਹਨ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਔਰ ਬਾਗਾਂ ਦੇ ਉੱਪਰ ਨੁਹਾਰ ਹੀ ਬਦਲ ਗਈ ਹੈ। ਬਸੰਤ ਦੀ ਰੁੱਤ ਆਈ ਔਰ ਬਾਗਾਂ ਦੀ ਨੁਹਾਰ ਹੀ ਬਦਲ ਦਿੱਤੀ। ਬੇਰੀਆਂ ਲਿਫਾਈਆਂ ਟਾਹਣੀਆਂ ਦੇ ਭਾਰ ਨੇ, ਔਰ ਇਸ ਮੌਸਮ ਦੇ ਵਿੱਚ ਬੇਰੀਆਂ ਦੇ ਜਿਹੜੇ ਦਰੱਖਤ ਹਨ ਉਹ ਟਾਹਣੀਆਂ ਇੰਨੀ ਭਰ ਚੁੱਕੀਆਂ ਹਨ ਬੇਰਾਂ ਦੇ ਨਾਲ ਕਿ ਉਹਨਾਂ ਦੇ ਭਾਰਾਂ ਨਾਲ ਨਿਵ ਗਈਆਂ ਹਨ, ਲਿਫ ਗਈਆਂ ਹਨ। ਲਿਫਾਈਆਂ ਨਿਵਣਾ। ਪੁੰਗਰੀਆਂ ਵਲਾਂ ਵੇਲਾਂ ਰੁੱਖਾਂ ਝੜੀਆਂ। ਹੁਣ ਦਰੱਖਤਾਂ ਦੇ ਨਾਲ ਜਿਹੜੀਆਂ ਚਿੰਬੜੀਆਂ ਹੋਈਆਂ ਵੇਲਾਂ ਹਨ ਉਹ ਵੀ ਪੁੰਗਰ ਗਈਆਂ ਹਨ ਅਤੇ ਫੁੱਲਾਂ ਦੇ ਹੇਠਾਂ ਜਿਹੜੇ ਫਲ ਲੱਗੇ ਹਨ ਉਹ ਵੀ
ਜਿਵੇਂ ਲੜੀਆਂ ਵਾਂਗ ਪਰੋਏ ਉੱਪਰ ਚੜ੍ਹ ਰਹੇ ਹਨ। ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਫੁੱਲਾਂ ਦੇ ਹੇਠਾਂ ਜਿਹੜੇ ਫਲ ਲੱਗੇ ਹੋਏ ਹਨ ਉਹ ਵੀ ਲੜੀਆਂ ਵਾਂਗ ਪਰੋਂਦੇ ਹੋਏ ਉੱਪਰ ਉਤਾਂਹ ਨੂੰ ਚੜ੍ਹਦੇ ਜਾ ਰਹੇ ਹਨ। ਸਾਈ ਦੀ ਨਿਗਾਹ ਜਗ 'ਤੇ ਸਵੱਲੀ ਹੈ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅਤੇ ਪਰਮਾਤਮਾ ਦੀ ਦੁਨੀਆ ਉੱਥੇ ਜਿਵੇਂ ਮਿਹਰ ਹੀ ਮਿਹਰ ਹੈ, ਸਾਰੇ ਪਾਸੇ ਬਹਾਰ ਹੀ ਹੈ, ਰੱਬ ਦੀ ਨਜ਼ਰ ਹੀ ਸਵੱਲੀ ਹੋਈ ਹੈ। ਤਾਂ ਕਵੀ ਕਹਿੰਦੇ ਹਨ ਸਾਰੇ ਪ੍ਰੇਮੀਆਂ ਨੂੰ ਕਿ ਚਲੋ ਅਸੀਂ ਵੀ ਵਿਸਾਖੀ ਦਾ ਮੇਲਾ ਵੇਖਣ ਚੱਲਦੇ ਹਾਂ। ਦੂਰ ਦੂਰ ਥਾਂ ਵਣਜਾਰੇ ਆਏ ਨੇ, ਸੋਹਣੇ ਸੋਹਣੇ ਕੁੰਜਾਂ 'ਤੇ ਫੀਤੇ ਲਿਆਏ ਨੇ। ਗੱਜਰਿਆਂ ਤੇ ਵੰਗਾਂ ਦਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ। ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਇਸ ਕਾਵਿ ਟੋਟੇ ਵਿੱਚ ਕਵੀ ਨੇ ਨਾ ਵਿਸਾਖੀ ਦੇ ਮੇਲੇ ਵਿੱਚ ਲੱਗੇ ਬਾਜ਼ਾਰ ਦਾ ਦ੍ਰਿਸ਼ ਬੜੇ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹੈ। ਉਹ ਮੇਲੇ ਦੇ ਰੌਣਕ ਬਾਰੇ ਦੱਸਦੇ ਹਨ ਅਤੇ ਕਹਿੰਦੇ ਦੂਰ ਦੂਰ ਥਾਂ ਵਣਜਾਰੇ ਆਏ ਨੇ। ਕਵੀ ਕਹਿੰਦੇ ਹਨ ਕਿ ਦੂਰੋਂ ਦੂਰੋਂ ਵਿਸਾਖੀ ਦੇ ਮੇਲੇ ਵਿੱਚ ਵਣਜਾਰੇ ਆ ਕੇ ਆਪਣੀ ਸੋਹਣੀਆਂ ਸੋਹਣੀਆਂ ਚੀਜ਼ਾਂ ਵੇਚਣ ਲਈ ਆਉਂਦੇ ਹਨ। ਜਿਵੇਂ ਸੋਹਣੇ ਸੋਹਣੇ ਕੁੰਜਾਂ 'ਤੇ ਫੀਤੇ ਲਿਆਏ ਨੇ। ਕੁੰਜਾਂ ਲੈਸਾਂ ਹੁੰਦੀਆਂ ਨੇ ਜਿਹੜੀ ਕਮੀਜ਼ਾਂ ਹੇਠਾਂ ਕੁੜੀਆਂ ਲਾਉਂਦੀਆਂ ਹੈ, ਅਤੇ ਫੀਤੇ ਕਿਨਾਰੀਆਂ ਗੋਟੇ ਕਿਨਾਰੀਆਂ। ਸੋ ਸੂਟਾਂ ਦੇ ਹੇਠ ਗੋਟੇ ਕਿਨਾਰੀਆਂ 'ਤੇ ਜਿਹੜੇ ਫੀਤੇ ਲਾਉਂਦੀਆਂ ਹਨ ਕੁੜੀਆਂ, ਉਹ ਵਣਜਾਰੇ ਲੈ ਕੇ ਆਏ ਹਨ ਵੇਚਣ ਲਈ। ਗੱਜਰਿਆਂ ਅਤੇ ਵੰਗਾਂ ਦਾ ਅੰਤ ਕੋਈ ਨਾ। ਹੋਰ ਇਸ ਤੋਂ ਇਲਾਵਾ ਗੱਜਰੇ ਵੰਗਾਂ ਜਿਨ੍ਹਾਂ ਦਾ ਕੋਈ ਅੰਤ ਹੀ ਨਹੀਂ ਹੈ, ਉਹ ਸਭ ਵੇਚਣ ਲਈ ਆਏ ਹਨ। ਇਸ ਤੋਂ ਅੱਡ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ। ਔਰ ਫਿਰ ਝੂਠੇ ਗਹਿਣੇ, ਹੁਣ ਪੰਜਾਬੀਆਂ ਨੂੰ ਬਹੁਤ ਸ਼ੌਕ ਹੁੰਦਾ ਹੈ ਪਾਉਣ ਲਾਉਣ ਦਾ, ਔਰ ਜਿਹੜੇ ਝੂਠੇ ਗਹਿਣੇ ਉਹ ਵੀ ਵੇਚਣ ਆਉਂਦੇ ਹਨ। ਉਹਦਾ ਵੀ ਬਾਜ਼ਾਰ ਸਜਿਆ ਹੋਇਆ ਹੈ ਬਨਾਵਟੀ ਗਹਿਣਿਆਂ ਦਾ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਔਰ ਹਲਵਾਈਆਂ ਨੇ ਤਾਂ ਬਹੁਤ ਸਾਰੀਆਂ ਮਠਾਈਆਂ ਦੀਆਂ ਦੁਕਾਨਾਂ ਹੀ ਲਾਈਆਂ ਹੋਈਆਂ ਹਨ। ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਵੇਖਣ ਲਈ ਇਸ ਮੇਲੇ ਦੇ ਵਿੱਚ ਆ ਜਾਂਦੀਆਂ ਹਨ। ਕਈ ਵਣਜਾਰੇ ਆਪਣੀਆਂ ਆਪਣੀਆਂ ਚੀਜ਼ਾਂ ਲੈ ਕੇ ਆਉਂਦੇ ਹਨ। ਕਿਉਂਕਿ ਪੰਜਾਬੀਆਂ ਨੂੰ ਤਾਂ ਖਾਣ ਦਾ ਵੀ ਸ਼ੌਕ ਅਤੇ ਪਾਉਣ ਦਾ ਵੀ ਸ਼ੌਕ। ਔਰ ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖੜੀ ਹੈ, ਅਤੇ ਹਰ ਵਿਅਕਤੀ ਆਪਣੇ ਸ਼ੌਕ ਦੇ ਮੁਤਾਬਕ ਆਪਣੀ ਚੀਜ਼ਾਂ ਲੈਣ ਲਈ ਉਸੀ ਸੰਬੰਧਿਤ ਹੱਟੀ 'ਤੇ ਖੜ੍ਹ ਕੇ ਭੀੜ ਮਚਾਈ ਹੋਈ ਹੈ। ਔਰ ਫਿਰ ਮੇਲਾ ਵੇਖਣ ਲਈ ਇਹ ਸਾਰੀ ਚੀਜ਼ਾਂ ਖਰੀਦਣ ਵਾਲਿਆਂ ਦੀ ਭੀੜ ਦੁਕਾਨਾਂ 'ਤੇ ਲੱਗੀ ਰਹਿੰਦੀ ਹੈ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅਤੇ ਕਵੀ ਆਪਣੇ ਪ੍ਰੇਮੀਆਂ ਨੂੰ ਕਹਿੰਦੇ ਹਨ ਕਿ ਆਓ ਅਸੀਂ ਵੀ ਸਾਰੇ ਵਿਸਾਖੀ ਦਾ ਮੇਲਾ ਵੇਖਣ ਚੱਲਦੇ ਹਾਂ। ਤੋਂ ਅੱਗੇ ਕਵੀ ਕਹਿੰਦੇ ਹਨ, ਥਾਈਂ ਥਾਈਂ ਖੇਡਾਂ ਦੇ ਪੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ। ਵੰਜਲੀ ਲੰਗੋਜਾ ਕਾਟੋ ਤੂੰਬਾਂ ਵੱਜਦੇ, ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ। ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ। ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਹੁਣ ਇਸ ਕਾਵਿ ਟੋਟੇ ਦੇ ਵਿੱਚ ਕਵੀ ਦੱਸਦੇ ਹਨ ਕਿ ਮੇਲੇ ਵਿੱਚ ਕਿੱਦਾਂ ਭਾਂਤ ਭਾਂਤ ਦੀਆਂ ਖੇਡਾਂ ਹੁੰਦੀਆਂ ਹਨ ਅਤੇ ਕਿੱਦਾਂ ਤਮਾਸ਼ੇ ਹੁੰਦੇ ਹਨ, ਉਸ ਦਾ ਵਰਣਨ ਕੀਤਾ ਹੈ। ਸੋ ਕਵੀ ਕਹਿੰਦੇ ਹਨ, ਥਾਈਂ ਥਾਈਂ ਖੇਡਾਂ ਦੇ ਪੰਗੂੜੇ ਆਏ ਨੇ। ਮੇਲੇ ਦੇ ਵਿੱਚ ਕਈ ਥਾਵਾਂ 'ਤੇ ਝੂਟੇ ਲੈਣ ਲਈ ਪੰਗੂੜੇ ਲੱਗੇ ਹੋਏ ਹਨ। ਪੰਗੂੜੇ ਹੁੰਦੇ ਉੱਚੇ ਉੱਚੇ ਝੂਲੇ, ਜਿਹੜੇ ਕਿ ਮੇਲੇ ਦੇ ਵਿੱਚ ਆਮ ਦੇਖਣ ਨੂੰ ਮਿਲਦੇ ਹਨ। ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਅਤੇ ਕਈ ਥਾਵਾਂ ਤੋਂ ਕਈ ਜੋਗੀ ਅਤੇ ਮਦਾਰੀ ਆਪਣੇ ਕਰਤੱਵ ਦਿਖਾਉਣ ਆ ਗਏ, ਤਮਾਸ਼ੇ ਦਿਖਾਉਣ ਆ ਗਏ। ਉਹ ਵੀ ਉੱਥੇ ਰੰਗ ਜਮਾਈ ਬੈਠੇ ਹਨ। ਵੰਜਲੀ ਲੰਗੋਜਾ ਕਾਟੋ ਤੂੰਬਾਂ ਵੱਜਦੇ। ਹੁਣ ਕਈ ਤਰ੍ਹਾਂ ਦੇ ਸੰਗੀਤ ਵਾਦਕ ਯੰਤਰ ਵੀ ਉੱਥੇ ਹਨ। ਮੇਲੇ ਵਿੱਚ ਇਹਨਾਂ ਸਾਰੇ ਸੰਗੀਤ ਵਾਦਕਾਂ ਦੀ ਆਵਾਜ਼ ਗੂੰਜ ਰਹੀ ਹੈ ਅਤੇ ਬਹੁਤ ਚੰਗੀ ਲੱਗਦੀ ਹੈ। ਵੰਜਲੀ ਬੰਸਰੀ ਨੂੰ ਕਿਹਾ ਹੈ, ਲੰਗੋਜਾ ਅਲਗੋਜ਼ੇ ਨੂੰ ਕਿਹਾ ਹੈ। ਅਤੇ ਇਸ ਤਰ੍ਹਾਂ ਕਾਟੋ ਜੋ ਭੰਗੜੇ ਦੇ ਵਿੱਚ ਜੋ ਗੱਭਰੂ ਹਨ ਉਹ ਵਰਤਦੇ ਹਨ। ਤੂੰਬੀ ਵੀ ਇੱਕ ਸੰਗੀਤ ਵਾਦਕ ਯੰਤਰ ਹੈ। ਇਹ ਚਾਰੋਂ ਪਾਸੇ ਵੱਜਦੇ ਸੁਣਾਈ ਦਿੰਦੇ ਬਹੁਤ ਚੰਗਾ ਲੱਗਦਾ ਹੈ। ਮਾਹੌਲ ਬਹੁਤ ਮੇਲੇ ਵਾਲਾ ਜੋ ਬਹੁਤ ਸੋਹਣਾ ਬਣਿਆ ਹੁੰਦਾ ਹੈ। ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ। ਛਿੰਝ ਹੁੰਦੀ ਹੈ ਅਖਾੜਾ, ਜਿੱਥੇ ਪਹਿਲਵਾਨ ਕੁਸ਼ਤੀ ਲੜਦੇ ਹਨ। ਤਾਂ ਛਿੰਝ ਵਿੱਚ ਜੋ ਹਨ, ਘੋਲ ਦੇ ਮੈਦਾਨ ਵਿੱਚ ਘੁਲਣ ਵਾਲੇ ਬਹਾਦਰ ਪਹਿਲਵਾਨ ਬੜਕਾ ਮਾਰ ਰਹੇ ਹਨ। ਛਿੰਝ ਅਖਾੜੇ ਦੇ ਵਿੱਚ ਉਹ ਕੁਸ਼ਤੀ ਲੜਦੇ ਹੋਏ ਬੜਕਾ ਮਾਰਦੇ ਹਨ। ਇਕੱਠਾ ਹੋ ਕੇ ਆਇਆ ਰੋਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ।
ਇਹ ਜਾਪਦਾ ਹੈ ਕਿ ਸਾਰੇ ਜੱਗ ਵਿੱਚੋਂ ਜਿਵੇਂ ਇਕੱਠੇ ਹੋ ਕੇ ਲੋਕ ਆ ਗਏ ਅਤੇ ਉੱਥੇ ਰੌਲਾ ਪਾ ਰਹੇ ਹਨ। ਸਾਰੇ ਪਾਸੇ ਰੌਣਕਾਂ ਹੀ ਰੌਣਕਾਂ ਮੇਲੇ ਵਿੱਚ ਲੱਗੀਆਂ ਹਨ। ਉਸ ਭੀੜ ਦੇ ਵਿੱਚ ਲੋਕਾਂ ਦਾ ਇੱਕ ਦੂਜੇ ਨਾਲ ਮੋਢਾ ਵੱਜਦਾ ਹੈ। ਇੰਨੀ ਭੀੜ ਮੱਚੀ ਹੁੰਦੀ ਹੈ। ਸੋ ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਤਾਂ ਇਸ ਮੇਲੇ ਦੀਆਂ ਰੌਣਕਾਂ ਕੋਹਾਂ ਤੱਕ ਫੈਲੀ ਹੋਈ ਹੈ। ਇਹ ਮੇਲਾ ਕੋਹਾਂ ਦੀ ਜ਼ਮੀਨ ਤੱਕ ਫੈਲਿਆ ਹੋਇਆ ਹੈ। ਦੂਰ ਦੂਰ ਤੱਕ ਮੇਲਾ ਲੱਗਿਆ ਹੁੰਦਾ ਹੈ ਅਤੇ ਰੌਣਕਾਂ ਲੱਗੀਆਂ ਹੁੰਦੀਆਂ ਹਨ। ਅਤੇ ਕਵੀ ਫਿਰ ਆਪਣੇ ਪ੍ਰੇਮੀਆਂ ਨੂੰ ਕਹਿੰਦੇ ਹਨ ਕਿ ਚੱਲ ਆਓ ਅਸੀਂ ਵੀ ਵਿਸਾਖੀ ਦਾ ਮੇਲਾ ਵੇਖਣ ਚੱਲੀਏ। ਸੋ ਬੱਚਿਓ, ਇਹ ਸੀ ਵਿਸਾਖੀ ਦਾ ਮੇਲਾ ਕਵਿਤਾ ਜੋ ਧਨੀ ਰਾਮ ਚਾਤ੍ਰਿਕ ਦੀ ਲਿਖੀ ਹੋਈ ਸੀ। ਬਹੁਤ ਸੋਹਣੇ ਸ਼ਬਦਾਂ ਵਿੱਚ ਮੇਲੇ ਦਾ ਦ੍ਰਿਸ਼ ਉਹਨਾਂ ਨੇ ਬਿਆਨ ਕੀਤਾ ਹੈ, ਜੋ ਬਹੁਤ ਹੀ ਪ੍ਰਸਿੱਧ ਰਚਨਾ ਹੈ। ਪਿਆਰੇ ਬੱਚਿਓ, ਇਹ ਸੀ ਧਨੀ ਰਾਮ ਚਾਤ੍ਰਿਕ ਦੀ ਵਿਸਾਖੀ ਦਾ ਮੇਲਾ। ਮੈਨੂੰ ਲੱਗਦਾ ਇਹ ਕਵਿਤਾ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਹਾਂ, ਜੇਕਰ ਸਮਝ ਆ ਗਈ ਹੈ ਤਾਂ ਲਾਈਕ ਕਰਨਾ ਨਾ ਭੁੱਲਣਾ ਅਤੇ ਆਪਣੇ ਸਾਥੀਆਂ ਨੂੰ ਸ਼ੇਅਰ ਵੀ ਜ਼ਰੂਰ ਕਰਨਾ। ਅਤੇ ਇਸੇ ਤਰ੍ਹਾਂ ਮੇਰੀ ਹੋਰ ਵੀਡੀਓ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਮੇਰੇ ਚੈਨਲ ਨੂੰ ਅਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰੋ।